Good morning students. I hope you all are doing well. Students, ਅੱਜ ਜਿਹੜਾ ਟੌਪਿਕ ਸਟਾਰਟ ਕਰਨ ਲੱਗੇ ਆ ਉਹ ਤੁਹਾਡਾ 6th ਚੈਪਟਰ ਹੋਏਗਾ ਬੁੱਕ ਦਾ, ਜੋ ਕਿ ਹੈ ਇੰਟਰੋਡਕਸ਼ਨ ਟੂ ਗੁੱਡਸ ਐਂਡ ਸਰਵਿਸ ਟੈਕਸ। ਯਾਨੀ ਕਿ GST ਕੀ ਆ, GST ਦੇ ਮੀਨਿੰਗ, ਟਾਈਪਸ ਜਾਂ ਬਾਕੀ ਜਿਹੜੇ ਕਰੈਕਟਰਸ ਹੋਣਗੇ ਉਹਨਾਂ ਸਾਰਿਆਂ ਦੇ ਡਿਸਕਸ਼ਨ ਹੈ ਜਿਹੜੀ ਇਸ ਚੈਪਟਰ ਦੇ ਵਿੱਚ ਹੋਏਗੀ। ਸਭ ਤੋਂ ਪਹਿਲਾਂ ਦੇਖੋ ਮੀਨਿੰਗ। ਜਿਹੜਾ ਟੈਕਸ ਵਰਡ ਆ ਉਹ ਇੱਕ ਲੈਟਿਨ ਵਰਡ ਆ, ਜਿਹੜੀ ਲੈਂਗੁਏਜ ਆ, ਠੀਕ ਹੈ, ਲੈਟਿਨ, ਉਹਦੇ ਵਰਡ ਟੈਕਸੋ ਤੋਂ ਲਿਆ ਗਿਆ ਹੈ, ਜਿਹਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਐਸਟੀਮੇਸ਼ਨ ਕਰਨਾ, ਅੰਦਾਜ਼ਾ ਲਗਾਉਣਾ। ਅਤੇ ਜਿਹੜਾ ਟੈਕਸ ਆ ਉਹ ਬਹੁਤ ਜ਼ਰੂਰੀ ਚਾਰਜਿਸ ਨੇ। ਮੈਂਡੇਟਰੀ ਦਾ ਮਤਲਬ ਹੁੰਦਾ ਕਿ ਜ਼ਰੂਰੀ, ਜਿਨ੍ਹਾਂ ਨੂੰ ਮੇਨ ਮੰਨਿਆ ਜਾਂਦਾ, ਠੀਕ ਹੈ। ਚਾਰਜਿਸ ਨੇ ਕਿ ਕੁਛ ਜਿਹੜੇ ਟੈਕਸਿਸ ਵਗੈਰਾ ਇੰਪੋਜ਼ ਕੀਤੇ ਜਾਂਦੇ ਆ, ਫਾਈਨੈਂਸ਼ੀਅਲ ਚਾਰਜਿਸ ਨੇ, ਇਹ ਗਵਰਨਮੈਂਟ ਦੁਆਰਾ ਕਲੈਕਟ ਕੀਤੇ ਜਾਂਦੇ ਆ। ਇੱਕ ਜਿਹੜਾ ਪਰਸਨ ਹੁੰਦਾ ਉਹ ਟੈਕਸ ਜਿਹੜਾ ਪੇ ਕਰਦਾ ਹੈ ਗਵਰਨਮੈਂਟ ਨੂੰ, ਤਾਂ ਟੈਕਸ ਪੇਅਰ ਬੋਲਿਆ ਜਾਂਦਾ ਉਸ ਪਰਸਨ ਨੂੰ। ਇਹਦਾ ਮੇਨ ਮਕਸਦ ਕੀ ਹੁੰਦਾ ਕਿ ਗਵਰਨਮੈਂਟ ਨੇ ਜਿਹੜੇ ਪਬਲਿਕ ਨੂੰ ਕੋਈ ਫੰਡ ਵਗੈਰਾ ਪ੍ਰੋਵਾਈਡ ਕਰਨੇ ਹੁੰਦੇ ਆ ਜਾਂ ਜਿਹੜੀਆਂ ਸਰਵਿਸਿਜ਼ ਵਗੈਰਾ ਪ੍ਰੋਵਾਈਡ ਕਰਨੀਆਂ ਹੁੰਦੀਆਂ, ਉਹਨਾਂ ਦੀ ਇੱਕ ਚਾਰਜਿਸ ਲਾਇਆ ਜਾਂਦਾ ਪਬਲਿਕ ਨੂੰ, ਜਿਹੜੇ ਕਿ ਛੋਟੇ ਛੋਟੇ ਰੂਪ ਦੇ ਵਿੱਚ ਟੈਕਸਿਸ ਦੇ ਰੂਪ ਦੇ ਵਿੱਚ ਗਵਰਨਮੈਂਟ ਆ ਜਿਹੜੀ ਉਹ ਪਬਲਿਕ ਤੋਂ ਕਲੈਕਟ ਕਰਦੀ ਆ। ਕੰਪਲਸਰੀ ਟੈਕਸ ਹੁੰਦੇ ਆ, ਜ਼ਿਆਦਾਤਰ ਪਰਸਨ ਆ ਜਿਹੜਾ ਉਹਦੀ ਇੱਕ ਪੇਮੈਂਟ ਆ ਜਿਹੜੀ ਉਹਦੇ 'ਤੇ ਮਤਲਬ ਪੇਮੈਂਟ ਜਿਹੜਾ ਪਰਸਨ ਇਨਕਮ ਅਰਨ ਕਰ ਰਿਹਾ ਉਹਦੇ 'ਤੇ ਲਗਾਏ ਜਾ ਸਕਦੇ ਆ। ਜਿਹੜਾ ਪਰਸਨ ਸਿਟੀਜ਼ਨ ਆ ਉਹਦੇ ਤੋਂ ਜਿਹੜੇ ਮਟੀਰੀਅਲ ਦੇ ਵਿੱਚ ਐਡ ਕਰਕੇ, ਉਹ ਤੋਂ ਕੁਛ ਸਮਾਨ ਦੇ ਵਿੱਚ ਐਡ ਕਰਕੇ ਜਿਹੜਾ ਟੈਕਸ ਆ ਉਹ ਲਿਆ ਜਾਂਦਾ। ਇਹ ਜ਼ਿਆਦਾਤਰ ਰੈਗੂਲਰ ਹੁੰਦੇ ਆ ਜਾਂ ਇੱਕ ਪੀਰੀਅਡ ਦੇ ਵਾਈਜ਼ ਹੁੰਦੇ ਆ, ਇੱਕ ਸਮੇਂ ਦੇ ਟਾਈਮ, ਯਾਨੀ ਕਿ ਜਾਂ ਤਾਂ ਹਰ ਮਹੀਨੇ ਜਿਹੜੀ ਪੇਮੈਂਟ ਆ ਉਹ ਕਰਨੀ ਹੁੰਦੀ ਹੈ ਇਨਕਮ ਟੈਕਸ ਦੀ, ਜਾਂ ਇਹ ਹੋ ਸਕਦਾ ਹੈ ਕਿ ਥੋੜ੍ਹਾ 6 ਮਹੀਨਿਆਂ ਦਾ, 3 ਮਹੀਨਿਆਂ ਦਾ ਟਾਈਮ ਪਾ ਕੇ ਹੋ ਸਕਦਾ। ਸਿਰਫ ਇਨਕਮ ਟੈਕਸ ਹੀ ਨਹੀਂ ਦਿੱਤਾ ਜਾਂਦਾ ਜਦੋਂ ਅੱਜ ਦੇ ਟਾਈਮ ਦੇ ਵਿੱਚ ਗੁੱਡਸ ਐਂਡ ਸਰਵਿਸਿਜ਼ ਨੂੰ ਬਣਾਇਆ ਜਾਂਦਾ, ਕੋਈ ਸਮਾਨ ਬਣਾਇਆ ਜਾਂਦਾ, ਜਾਂ ਜਿਹੜੀਆਂ ਫੈਕਟਰੀਜ਼ ਵਗੈਰਾ ਹੈ ਕੋਈ ਸਮਾਨ ਬਣਾਉਂਦੀਆਂ, ਤਾਂ ਉਹਨਾਂ ਨੂੰ ਟੈਕਸ ਜਿਹੜਾ ਉਹ ਭਰਨਾ ਪੈਂਦਾ ਹੈ ਸਮਾਨ ਬਣਾਉਣ ਦਾ, ਅਤੇ ਉਹ ਸਮਾਨ ਬਣਾਉਣ ਦਾ ਟੈਕਸ ਹੈ ਜਿਹੜਾ ਉਹ ਗਵਰਨਮੈਂਟ ਨੂੰ ਪੇ ਕਰਦੇ ਆ। ਅਤੇ ਕਈ ਸਾਰੇ ਟੈਕਸਿਸ ਨੇ ਜਿਹੜੇ ਜਰਨਲੀ ਗਵਰਨਮੈਂਟ ਵੱਲੋਂ ਚਾਰਜ ਕੀਤੇ ਜਾਂਦੇ ਆ। ਉਹਨਾਂ ਦਾ ਮੇਨ ਮੋਟਿਵ ਕੀ ਹੁੰਦਾ ਕਿ ਗਵਰਨਮੈਂਟ ਨੇ ਜੋ ਫੈਸਿਲਿਟੀਜ਼ ਪਬਲਿਕ ਨੂੰ ਦੇਣੀਆਂ ਹੁੰਦੀਆਂ ਉਹਦੇ ਕੁਛ ਚਾਰਜਿਸ ਆ ਜਿਹੜੇ ਉਹ ਟੈਕਸ ਦੇ ਰੂਪ ਦੇ ਵਿੱਚ ਪਬਲਿਕ ਤੋਂ ਲਏ ਜਾਂਦੇ ਆ। ਟੈਕਸ ਦੇ ਟਾਈਪਸ ਨੇ ਜਿਹੜੇ ਮੇਨਲੀ ਪਹਿਲਾਂ ਦੇਖੇ ਜਾਂਦੇ ਆ। ਪਹਿਲਾ ਹੋਏਗਾ ਡਾਇਰੈਕਟ, ਬਿਲਕੁਲ ਡਾਇਰੈਕਟ ਟੈਕਸ ਆ। ਇਸ ਕੇਸ ਦੇ ਵਿੱਚ ਜਿਹੜਾ ਬਰਡਨ ਆ ਕਿਸੇ ਵੀ ਪਰਸਨ ਦਾ, ਟੈਕਸ ਪੇਅਰ ਦਾ ਜਿਹੜਾ ਬਰਡਨ ਆ ਉਹ ਕਿਸੇ ਦੂਸਰੇ ਪਰਸਨ ਦੇ ਉੱਪਰ ਸ਼ਿਫਟ ਨਹੀਂ ਕੀਤਾ ਜਾ ਸਕਦਾ। ਯਾਨੀ ਕਿ ਜੇ ਕੋਈ ਪਰਸਨ ਦੇ ਉੱਪਰ ਟੈਕਸ ਪੇ ਕਰਨ ਦੀ ਰਿਸਪੋਂਸੀਬਿਲਿਟੀ ਹੈ ਤਾਂ ਉਹੀ ਪਰਸਨ ਪੇ ਕਰੂਗਾ, ਨਾ ਕਿ ਕੋਈ ਹੋਰ। ਮੰਨ ਲਓ ਕਿ ਜਿਵੇਂ ਕੋਈ ਪਰਸਨ, ਜਿਵੇਂ ਡਾਕਟਰ ਆ, ਉਹ ਅਰਨ ਕਰ ਰਿਹਾ, ਉਹਦੀ ਇਨਕਮ ਆ ਜਿਹੜੀ ਉਹ ਖੁਦ ਅਰਨ ਕਰ ਰਿਹਾ, ਤਾਂ ਉਹਦਾ ਟੈਕਸ ਆ ਜਿਹੜਾ ਇਨਕਮ ਦਾ ਉਹ ਪਰਸਨ ਆਪ ਹੀ ਦੇਵੇਗਾ। ਹੁਣ ਡਾਕਟਰ ਦਾ ਟੈਕਸ ਆ ਅਗਰ ਉਹ ਆਪ ਅਰਨ ਕਰ ਰਿਹਾ ਤਾਂ ਉਹੀ ਪੇਮੈਂਟ ਆ ਜਿਹੜੀ ਕਰੂਗਾ। ਸੇਮ ਐਜ਼ ਕੋਈ ਪਰਸਨ ਜਿਹੜਾ ਕਮਾ ਰਿਹਾ, ਕੋਈ ਕਿਸੇ ਕੋਲ ਪੈਸਾ ਹੈ, ਅਗਰ ਕਿਸੇ ਦੀ ਪ੍ਰੋਪਰਟੀ ਆ, ਠੀਕ ਹੈ, ਤਾਂ ਜਿਸ ਇਨਸਾਨ ਦੀ ਪ੍ਰੋਪਰਟੀ ਆ ਉਹੀ ਟੈਕਸ ਪੇ ਕਰੂਗਾ, ਉਸੇ ਦੇ ਨਾਂ ਦੀ ਹੀ ਜਿਹੜੀ ਟੈਕਸ ਦੀ ਜਿਹੜੀ ਇੱਕ ਪੇਮੈਂਟ ਆ ਉਹ ਜਾਏਗੀ, ਕੋਈ ਹੋਰ ਪਰਸਨ ਨਹੀਂ ਪੇ ਕਰ ਸਕਦਾ। ਯਾਨੀ ਕਿ ਉਹ ਆਪਦੇ ਜ਼ਿੰਮੇਵਾਰੀ, ਆਪਦੇ ਬਰਡਨ ਆ ਜਿਹੜੇ ਉਹ ਕਿਸੇ ਨੂੰ ਦੇ ਨਹੀਂ ਸਕਦਾ, ਸ਼ਿਫਟ ਨਹੀਂ ਕਰ ਸਕਦਾ। ਤਾਂ ਇਹਦੇ ਨਾਲ ਜਿਹੜਾ ਟੈਕਸ ਆ ਉਹ ਇਸ ਟੈਕਸ ਨੂੰ ਕੀ ਬੋਲਿਆ ਜਾਂਦਾ ਹੈ? ਡਾਇਰੈਕਟ ਟੈਕਸ। ਕਿਉਂਕਿ ਇਹਦੇ ਵਿੱਚ ਸਾਰਾ ਜਿਹੜਾ ਇੰਪੈਕਟ ਹੁੰਦਾ ਜਾਂ ਇੰਸੀਡੈਂਟ ਹੁੰਦਾ ਹੈ ਉਹ ਇੱਕ ਹੀ ਪਰਸਨ 'ਤੇ ਹੁੰਦਾ। ਕੋਈ ਨੁਕਸਾਨ ਹੋਣਾ ਤਾਂ ਵੀ ਇੱਕ ਪਰਸਨ 'ਤੇ, ਜੇ ਕੋਈ ਫਾਇਦਾ ਹੋਣਾ ਤਾਂ ਵੀ ਉਹ ਇੱਕ ਜਾਣੇ 'ਤੇ ਹੀ ਹੈ। ਕੋਈ ਦੂਸਰਾ ਪਰਸਨ ਜਾਂ ਤੀਸਰਾ ਪਰਸਨ ਇਹਦੇ ਵਿੱਚ ਨਹੀਂ ਐਡ ਹੋਏਗਾ। ਇਨਕਮ ਟੈਕਸ ਆ ਜਾਂਦੀ ਇਸ ਕੰਡੀਸ਼ਨ ਦੇ ਵਿੱਚ, ਵੈਲਥ ਟੈਕਸ ਆ ਜਾਂਦੇ ਆ, ਗਿਫਟ ਟੈਕਸ ਉਦੋਂ ਹੁੰਦੇ ਆ ਜਦੋਂ ਕੋਈ ਫੋਰਨ ਵਗੈਰਾ ਤੋਂ ਕੋਈ ਮਟੀਰੀਅਲ ਭੇਜਿਆ ਜਾਂਦਾ ਔਰ ਉਹਦੇ 'ਤੇ ਕੁਛ ਚਾਰਜਿਸ ਪੈ ਜਾਂਦੇ ਆ, ਤਾਂ ਉਹ ਪਰਸਨ ਨੇ ਜਿਹੜੇ ਪੇ ਕਰਨੇ ਹੋਣਗੇ ਉਹਨੂੰ ਗਿਫਟ ਟੈਕਸ ਬੋਲਿਆ ਜਾਂਦਾ। ਨੈਕਸਟ ਹੈ ਸਾਡੇ ਕੋਲੇ ਸੈਕਿੰਡ ਹੈ ਇਨਡਾਇਰੈਕਟ ਟੈਕਸ। ਇਸ ਟੈਕਸ ਦੇ ਵਿੱਚ ਜਿਹੜਾ ਪਰਸਨ ਆ ਉਹ ਆਪਦਾ ਬਰਡਨ ਆ ਜਿਹੜਾ ਉਹ ਸ਼ਿਫਟ ਕਰ ਸਕਦਾ ਇੱਕ ਪਰਸਨ ਤੋਂ ਦੂਸਰੇ ਪਰਸਨ ਕੋਲ ਟੈਕਸ ਹੈ ਜਿਹੜਾ ਉਹਦਾ ਬਰਡਨ ਆ ਜਿਹੜਾ ਉਹ ਸ਼ਿਫਟ ਹੋ ਜਾਂਦਾ। ਇਹਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪਰਸਨ ਦੂਸਰੇ ਪਰਸਨ ਨੂੰ ਬੋਲ ਸਕਦਾ ਕਿ ਮੇਰੀ ਜਗ੍ਹਾ 'ਤੇ ਤੁਸੀਂ ਟੈਕਸ ਹੈ ਜਿਹੜਾ ਉਹ ਪੇ ਕਰ ਦਿਓ। ਜਿਵੇਂ ਸੈਂਟਰਲ ਐਕਸਾਈਜ਼ ਡਿਊਟੀ, ਠੀਕ ਹੈ, ਵੈਟ, ਵੈਲਿਊ ਐਡਿਡ ਟੈਕਸ, ਇਹ ਜ਼ਿਆਦਾਤਰ ਸਮਾਨ ਨੂੰ ਜਦੋਂ ਬਣਾਇਆ ਜਾਂਦਾ ਔਰ ਉਸਦੇ ਪ੍ਰਾਈਸ ਦੇ ਵਿੱਚ ਕੁਛ ਵੈਲਿਊਜ਼ ਨੂੰ ਐਡ ਕੀਤਾ ਜਾਂਦਾ, ਉਸ ਟਾਈਮ ਇਹ ਬਰਡਨ ਆ ਜਿਹੜੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸ਼ਿਫਟ ਕੀਤੇ ਜਾਂਦੇ ਆ। ਵੈਟ ਦਾ ਮਤਲਬ ਹੁੰਦਾ ਵੈਲਿਊ ਐਡਿਡ ਟੈਕਸ।
ਇਹ ਵੈਲਿਊਜ਼ ਆ ਜਿਹੜੀਆਂ ਉਹ ਮਟੀਰੀਅਲ ਦੇ ਵਿੱਚ ਐਡ ਹੋ ਜਾਂਦੀਆਂ ਜੋ ਉਹਨਾਂ ਨੇ ਬਣਾਇਆ ਹੁੰਦਾ। ਅੱਗੇ ਹੈ ਸਾਡੇ ਕੋਲੇ ਗੁੱਡਸ ਐਂਡ ਸਰਵਿਸ ਟੈਕਸ ਦਾ ਮੀਨਿੰਗ। ਉਹ ਸੀਗਾ ਪਹਿਲਾਂ ਸਿੰਪਲ ਟੈਕਸ ਦਾ ਮੀਨਿੰਗ ਕਿ ਐਕਚੁਅਲ ਦੇ ਵਿੱਚ ਟੈਕਸ ਕੀ ਆ, ਠੀਕ ਹੈ, ਕਿਹੜੇ ਕਿਹੜੇ ਟੈਕਸਿਸ ਨੇ। ਬਟ ਹੁਣ ਹੈ ਸਾਡੇ ਕੋਲੇ ਬਿਲਕੁਲ ਬੇਸਿਕ, ਜਿਹਨੂੰ ਅਸੀਂ ਗੁੱਡਸ ਐਂਡ ਸਰਵਿਸ ਟੈਕਸ ਬੋਲਦੇ ਹਾਂ। ਤਾਂ ਉਸ ਦੀ ਇਨਫੋਰਮੇਸ਼ਨ ਹੈ ਕਿ ਕਈ ਸਾਰੇ ਇੰਡਾਇਰੈਕਟ ਟੈਕਸਿਸ ਸੀਗੇ, ਜਿਵੇਂ ਐਕਸਾਈਜ਼ ਡਿਊਟੀ, ਸੇਲ ਟੈਕਸ, ਸਰਵਿਸ ਟੈਕਸ, ਬਹੁਤ ਜ਼ਿਆਦਾ ਟੈਕਸਿਸ ਸੀਗੇ ਜਿਹੜੇ ਗਵਰਨਮੈਂਟ ਦੁਆਰਾ, ਇੰਡੀਅਨ ਗਵਰਨਮੈਂਟ ਦੁਆਰਾ ਲਗਾਏ ਜਾਂਦੇ ਸੀਗੇ। ਪਰ ਹੁਣ ਦੇ ਟਾਈਮ ਦੇ ਵਿੱਚ ਇਹ ਸਾਰੇ ਰਿਪਲੇਸ ਹੋ ਗਏ ਆ, ਠੀਕ ਹੈ। 17 ਟਾਈਪਸ ਜਿਹੜੇ ਇੰਡਾਇਰੈਕਟ ਟੈਕਸ ਸੀਗੇ ਉਹ ਕੀ ਹੈ ਇੰਪਲੀਮੈਂਟ ਕੀਤੇ ਜਾਂਦੇ ਸੀਗੇ ਇੱਕ ਗਵਰਨਮੈਂਟ ਦੁਆਰਾ। ਅਤੇ ਹੁਣ ਉਹਨਾਂ ਨੇ ਉਹਨਾਂ ਸਾਰਿਆਂ ਦੀ ਰਿਪਲੇਸਮੈਂਟ ਕੀਤੀ ਆ GST ਦੇ ਨਾਲ, ਠੀਕ ਹੈ। ਇਹ 17 ਦੇ 17 ਰੂਲਸ ਆ ਜਿਹੜੇ ਉਹ GST ਦੇ ਨਾਲ ਐਕਸਚੇਂਜ ਹੋਏ ਨੇ। ਇਹਦੇ ਵਿੱਚ ਇੰਡਾਇਰੈਕਟ ਟੈਕਸਿਸ ਆ ਜਿਹੜੇ ਹੁਣ GST ਦੇ ਥਰੂ ਆਊਟ ਜਿਹੜੇ ਲਾਗੂ ਕੀਤੇ ਜਾਂਦੇ ਆ। GST ਹੈ ਜਿਹੜਾ ਇੱਕ ਬਹੁਤ ਹੀ ਇੰਪੋਰਟੈਂਟ ਇੰਡਾਇਰੈਕਟ ਟੈਕਸ ਆ, ਜਿਹੜਾ ਕਿ ਹਰੇਕ ਪੁਆਇੰਟ 'ਤੇ ਸਪਲਾਈ ਚੇਨ ਦੇ ਵਿੱਚ ਕੀ ਹੈ ਲਗਾਇਆ ਜਾਂਦਾ। ਸਪਲਾਈ ਚੇਨ ਕਹਿ ਸਕਦੇ ਹਾਂ ਕਿ ਜਦੋਂ ਸਮਾਨ ਨੂੰ ਬਣਾਇਆ ਜਾਂਦਾ, ਫਿਰ ਉਹਨੂੰ ਹੋਲਸੇਲਰ ਤੱਕ ਭੇਜਿਆ ਜਾਂਦਾ, ਫਿਰ ਰਿਟੇਲਰ ਤੱਕ ਭੇਜਿਆ ਜਾਂਦਾ, ਫਿਰ ਆਖਰੀ ਕੰਜ਼ਿਊਮਰ ਤੱਕ ਜਿਹੜਾ ਉਹ ਪਹੁੰਚ ਜਾਂਦਾ ਸ਼ਾਪਕੀਪਰ ਦੀ ਮਦਦ ਦੇ ਨਾਲ। ਹੁਣ ਇਹਦੇ ਵਿੱਚ ਜਦੋਂ ਸਮਾਨ ਨੂੰ ਬਣਾਉਂਦੇ ਆ ਅੱਗੇ ਦੀ ਅੱਗੇ ਟਰਾਂਸਫਰ ਕੀਤਾ ਜਾਂਦਾ ਮੈਨੂਫੈਕਚਰ ਤੋਂ ਲੈ ਕੇ ਸਰਵਿਸ ਪ੍ਰੋਵਾਈਡਰ ਤੱਕ। ਸਾਰੇ ਇਹਨਾਂ ਟੈਕਸਿਸ ਨੂੰ ਕੈਲਕੂਲੇਟ ਕਰਦੇ ਆ, ਕਲੇਮ ਕਰਦੇ ਆ, ਦਾਅਵਾ ਕਰਦੇ ਆ। ਅਤੇ ਜਿਹੜਾ ਅਲਟੀਮੇਟ ਬਰਡਨ ਹੁੰਦਾ ਉਹ ਕੀ ਆ ਘੱਟ ਹੋ ਜਾਂਦਾ। ਅਲਟੀਮੇਟ ਬਰਡਨ ਆ ਜਿਹੜਾ ਉਹ ਖ਼ਤਮ ਹੋ ਜਾਂਦਾ, ਠੀਕ ਹੈ। ਉਹਦੇ ਨਾਲ ਕੀ ਹੋ ਜਾਂਦਾ, ਜਿਹੜਾ ਕੰਜ਼ਿਊਮਰ ਹੁੰਦਾ, ਲਾਸਟ ਕੰਜ਼ਿਊਮਰ ਹੁੰਦਾ, ਉਹੀ ਸਾਰੇ ਟੈਕਸਿਸ ਨੂੰ ਪੇ ਕਰਦਾ। ਯਾਨੀ ਕਿ ਮੈਨੂਫੈਕਚਰਰਸ ਨੇ ਤਾਂ ਸਿਰਫ ਕਲੈਕਸ਼ਨ ਕਰਨੀ ਹੈ ਉਸ ਟੈਕਸ ਦੀ, ਬਟ ਅਸਲ ਦੇ ਵਿੱਚ ਟੈਕਸ ਜਾਏਗਾ ਕਿਹਦੀ ਜੇਬ ਦੇ ਵਿੱਚੋਂ, ਜਿਹੜਾ ਪਰਸਨ ਉਹਨੂੰ ਖਰੀਦ ਰਿਹਾ। ਕਿਉਂਕਿ ਸਾਰਾ ਟੈਕਸ ਆ ਜਿਹੜਾ ਉਹ ਸਮਾਨ ਦੇ ਪ੍ਰਾਈਸ ਦੇ ਵਿੱਚ ਇਨਕਲੂਡ ਹੁੰਦਾ, ਸ਼ਾਮਿਲ ਹੁੰਦਾ। ਵੀ ਜੇ ਚੀਜ਼ ਆ ਜਿਹੜੀ ਬਣੀ 5 ਰੁਪਏ ਦੀ ਸੀਗੀ, ਬਟ ਟੈਕਸ ਲੱਗ ਕੇ ਹਰੇਕ ਵਾਰੀ ਟੈਕਸ ਲੱਗਣ ਤੋਂ ਬਾਅਦ ਉਹਦਾ ਰੇਟ ਕੀ ਹੋ ਜਾਊਗਾ 10 ਰੁਪਏ। ਤਾਂ ਜਦੋਂ ਉਹਨੂੰ ਸੇਲ ਕੀਤਾ ਜਾਊਗਾ ਅਤੇ ਉਹ ਪੇਮੈਂਟ ਪੇ ਕੌਣ ਕਰੂਗਾ, ਇੱਕ ਕੰਜ਼ਿਊਮਰ। ਜਿਹੜਾ ਗੁੱਡਸ ਐਂਡ ਸਰਵਿਸ ਟੈਕਸ ਆ ਉਹ ਪੈਟਰੋਲੀਅਮ ਪ੍ਰੋਡਕਟ ਅਤੇ ਅਲਕੋਹਲ ਲਿਕਵਿਡ ਇਹਨਾਂ 'ਤੇ ਨਹੀਂ ਲਗਾਇਆ ਜਾਂਦਾ। ਪੈਟਰੋਲੀਅਮ 'ਤੇ ਜਿਹੜੇ ਅਲਕੋਹਲਿਕ ਜਿਹੜੇ ਪਦਾਰਥ ਹੋਣਗੇ, ਅਲਕੋਹਲ ਜਿਹੜੀ ਹੋਏਗੀ ਉਹਦੇ 'ਤੇ ਨਹੀਂ ਲੱਗੇਗਾ, ਉਹਦੀ ਕੰਜ਼ੰਪਸ਼ਨ 'ਤੇ ਵੀ ਨਹੀਂ ਲੱਗੇਗਾ। ਹਨ ਇਹਦੇ ਵਿੱਚ GST ਜਿਹੜਾ ਇਹ ਇੱਕ ਸਟੈਪ ਫਾਰਵਰਡ ਟਰਾਂਸਪੇਰੈਂਸੀ ਵਾਲਾ ਇੱਕ ਸਿਸਟਮ ਆ, ਜਾਣੀ ਕਿ ਸਿੰਪਲ ਆ, ਬਿਲਕੁਲ ਕਲੀਅਰ ਆ, ਜਿਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਕਨਫਿਊਜ਼ਨ ਨਹੀਂ ਹੈ, ਨਾ ਹੀ ਕੈਲਕੂਲੇਸ਼ਨ ਦੇ ਵਿੱਚ ਕੋਈ ਕਨਫਿਊਜ਼ਨ ਆ। ਇੱਕਦਮ ਸਿੰਪਲ ਵੇ ਦੇ ਨਾਲ ਇਹਨੂੰ ਬਣਾਇਆ ਗਿਆ। ਕਿਉਂਕਿ ਜਿਹੜੇ ਪਹਿਲਾਂ ਟੈਕਸਿਸ ਹੁੰਦੇ ਸੀਗੇ ਉਹਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨਸ ਹੁੰਦੀਆਂ ਸੀ, ਬਟ ਇਹ ਬਿਲਕੁਲ ਸਿੰਪਲ ਟਰਾਂਸਪੇਰੈਂਸੀ ਆ, ਵੀ ਬੜੇ ਆਰਾਮ ਨਾਲ ਇਹਨੂੰ ਕੈਲਕੂਲੇਟ ਕੀਤਾ ਜਾ ਸਕਦਾ। GST ਇੱਕ ਤਰ੍ਹਾਂ ਦਾ ਵੈਲਿਊ ਐਡਡ ਟੈਕਸ ਹੈ, ਕਿਉਂਕਿ ਇਹ ਵੀ ਗੁੱਡਸ ਦੇ ਮਟੀਰੀਅਲ ਦੇ ਵਿੱਚ ਸ਼ਾਮਿਲ ਹੁੰਦਾ। ਸਮਾਨ ਦੇ ਵਿੱਚ ਇਹਦਾ ਰੇਟ ਆ ਜਿਹੜਾ ਉਹ ਐਡ ਕੀਤਾ ਜਾਂਦਾ। ਇਹਦੇ ਵਿੱਚ ਜਿਹੜੀ ਕਲੈਕਸ਼ਨ ਹੁੰਦੀ ਹੈ GST ਦੀ, ਉਹ ਵੀ ਉਸੇ ਤਰੀਕੇ ਨਾਲ ਕੀਤੀ ਜਾਂਦੀ ਹੈ ਜਿਵੇਂ ਪਹਿਲਾਂ ਵੈਲਿਊ ਐਡਡ ਟੈਕਸ ਦੀ ਕੀਤੀ ਜਾਂਦੀ ਸੀ। ਇਹਦੇ ਵਿੱਚ ਇਨਪੁਟ GST ਦਿੱਤੇ ਜਾਂਦੇ ਆ ਅਤੇ GST ਕਲੈਕਟਡ ਕੀਤੇ ਜਾਂਦੇ ਆ, ਉਹ ਆਊਟਪੁੱਟ ਹੁੰਦੇ ਆ। ਯਾਨੀ ਕਿ ਜਦੋਂ ਅਸੀਂ ਸਮਾਨ ਬਣਾਉਂਦੇ ਹਾਂ, ਠੀਕ ਹੈ, ਜਾਂ ਜਦੋਂ ਮਟੀਰੀਅਲ ਨੂੰ ਪਰਚੇਜ਼ ਕੀਤਾ ਜਾਂਦਾ ਰਾਅ ਮਟੀਰੀਅਲ ਨੂੰ, ਉਦੋਂ ਇਨਪੁਟ ਟੈਕਸ ਜਿਹੜਾ ਪੇ ਕੀਤਾ ਜਾਂਦਾ ਇੱਕ ਮੈਨੂਫੈਕਚਰ ਦੁਆਰਾ। ਪਰ ਜਦੋਂ ਉਹਨੇ ਸਮਾਨ ਨੂੰ ਸੇਲ ਕਰਨਾ ਹੈ, ਜਦੋਂ ਉਹਨੇ ਮਾਰਕੀਟ ਦੇ ਵਿੱਚ ਭੇਜਣਾ ਹੈ, ਤਾਂ ਉਹੀ ਟੈਕਸ ਹੈ ਜਿਹੜਾ ਉਹ ਆਊਟਪੁੱਟ ਦੇ ਰੂਪ ਦੇ ਵਿੱਚ ਚਾਰਜ ਕਰਦਾ ਹੈ। ਦੋ ਤਰ੍ਹਾਂ ਦੇ ਆ, ਇਨਪੁਟ ਟੈਕਸ ਔਰ ਆਊਟਪੁੱਟ। ਇਹ ਦੋਨੋਂ ਇਕੱਠੇ ਹੀ ਜਾਣਗੇ, ਠੀਕ ਹੈ। ਪਰ ਕਿਵੇਂ ਜਾਣਗੇ, ਪਰਚੇਜ਼ ਦੇ ਨਾਲ ਇਨਪੁਟ ਟੈਕਸ ਅਤੇ ਸੇਲ ਦੇ ਨਾਲ ਆਊਟਪੁੱਟ ਟੈਕਸ। ਅੱਗੇ ਹੈ ਅਗਰ ਕੋਈ ਬਿਜ਼ਨਸ ਕੰਪਨੀ, ਕੋਈ ਵੀ ਸੰਸਥਾ ਜਿਹੜੀ ਆ ਉਹ ਚਾਹੁੰਦੀ ਹੈ ਕਿ ਮੈਂ ਇਨਪੁਟ ਟੈਕਸ ਕ੍ਰੈਡਿਟ ਆ ਜਿਹੜਾ ਉਹ ਲਵਾਂ, ਤਾਂ ਉਹਨੂੰ ਕੀ ਹੈ ਆਪਣੀ ਜਿਹੜੀ ਫਰਮ ਆ ਉਹਨੂੰ ਰਜਿਸਟਰ ਕਰਵਾਉਣਾ ਪਏਗਾ। ਚਾਹੇ ਉਹਦੀ ਸੇਲ ਆ ਜਿਹੜੀ ਉਹ 40 ਲੱਖ ਤੋਂ ਘੱਟ ਹੋਵੇ। 40 ਲੱਖ ਦਾ ਹੋਣਾ ਬਹੁਤ ਜ਼ਰੂਰੀ ਆ। 40 ਲੱਖ ਦੀ ਸੇਲ ਹੋਏਗੀ ਦੈਨ ਹੀ ਜਿਹੜਾ ਬਿਜ਼ਨਸ ਆ ਉਹ ਅਪਲਾਈਡ ਕਰ ਸਕਦਾ ਹੈ GST ਦੇ ਲਈ। ਕਿਉਂਕਿ ਟਰਨ ਦਾ ਮਤਲਬ ਹੁੰਦਾ ਕਿ ਜਿੰਨਾ ਬਿਜ਼ਨਸ ਡੇਲੀ ਦਾ ਅਰਨ ਕਰ ਰਿਹਾ, ਜਾਂ ਜਿਹੜੀ ਉਹਦੀ ਵੈਲਿਊ ਆ ਜਿਹੜੀ ਉਹਦੀ ਬਿਜ਼ਨਸ ਦੀ। ਅੱਗੇ ਹੈ ਨੀਡ। ਬਿਜ਼ਨਸ ਨੂੰ ਕਾਫੀ ਜ਼ਰੂਰਤ ਸੀਗੀ GST ਟੈਕਸ ਲੈ ਕੇ ਆਉਣ ਦੀ, ਕਿਉਂਕਿ ਇਨਡਾਇਰੈਕਟ ਔਰ ਡਾਇਰੈਕਟ ਟੈਕਸਿਸ ਆ ਜਿਹੜੇ ਇਹ ਥੋੜ੍ਹੇ ਜਿਹੇ ਕੰਪਲੈਕਸ ਆ ਜਾਂਦੇ ਸੀਗੇ, ਔਰ ਗਵਰਨਮੈਂਟ ਨੂੰ ਵੀ ਥੋੜ੍ਹੀਆਂ ਜਿਹੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਸੀਗੀਆਂ ਇਹਨਾਂ ਟੈਕਸ ਦੇ ਜ਼ਰੀਏ। ਬਟ ਜਿਹੜੇ ਹੁਣ ਟੈਕਸ ਅਪਲਾਈ ਕੀਤੇ ਜਾ ਰਹੇ ਆ, ਲਾਗੂ ਕੀਤੇ ਜਾ ਰਹੇ ਆ, ਉਹ ਜ਼ਿਆਦਾਤਰ ਈਜ਼ੀ ਨੇ, ਠੀਕ ਹੈ। ਡਿਫੀਕਲਟੀਜ਼ ਨੂੰ ਉਹਨੇ ਬਿਲਕੁਲ ਰਿਮੂਵ ਕਰਤਾ। ਹੁਣ ਦੇਖੋ, ਜਦੋਂ ਗੁੱਡਸ ਐਂਡ ਸਰਵਿਸਿਜ਼ ਟੈਕਸ ਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ ਕੁਛ ਜਿਹੜੀਆਂ
ਪ੍ਰੋਬਲਮ ਸੀਗੀਆਂ ਉਹ ਫੇਸ ਕਰਨੀਆਂ ਪੈ ਰਹੀਆਂ ਸੀਗੀਆਂ। ਕਿਹੜੀਆਂ ਡਿਫੀਕਲਟੀਜ਼ ਨੇ ਦੇਖੋ ਕਿ ਜਿਹੜਾ ਪੁਰਾਣਾ ਸਿਸਟਮ ਸੀਗਾ ਸਾਡੇ ਕੋਲੇ GST ਜਾਂ ਕੋਈ ਵੀ ਟੈਕਸ ਕਲੈਕਟ ਕਰਨ ਦਾ, ਉਹਦੇ ਵਿੱਚ ਕੀ ਸੀਗਾ ਕਿ ਇੰਨੇ ਜ਼ਿਆਦਾ ਟੈਕਸ ਲਗਾਏ ਜਾਂਦੇ ਸੀ, ਇੱਕ ਪ੍ਰੋਸੈਸ ਤੋਂ ਬਾਅਦ ਟੈਕਸ ਲੱਗਦਾ ਸੀ, ਇੱਕ ਸਟੈਪ ਤੋਂ ਬਾਅਦ ਟੈਕਸ ਹੈ ਜਿਹੜਾ ਉਹ ਕਲੈਕਟ ਕੀਤਾ ਜਾਂਦਾ ਸੀ। ਬਟ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਟੈਕਸ ਆ ਉਹਨੂੰ ਈਜ਼ੀ ਕੀਤਾ ਗਿਆ ਹੈ। ਹਰੇਕ ਸਪਲਾਈ ਚੇਨ ਦੇ ਵਿੱਚ ਇੰਨੇ ਜ਼ਿਆਦਾ ਟੈਕਸ ਲਗਾਏ ਜਾਂਦੇ ਸੀਗੇ, ਬਾਰ ਟੈਕਸ ਦੀ ਕੈਲਕੂਲੇਸ਼ਨ ਹੈ ਜਿਹੜੀ ਉਹ ਔਖੀ ਹੋ ਜਾਂਦੀ ਸੀ। ਸੈਕਿੰਡ ਸੀਗਾ ਕਿ ਅਲੱਗ-ਅਲੱਗ ਡਿਫਰੈਂਟ ਟੈਕਸ ਜਿਹੜੇ ਸੀਗੇ ਵੈਟ ਵੈਲਿਊ ਐਡਡ ਟੈਕਸ ਲਾਅ ਸੀਗੇ ਜਿਹੜੇ ਉਹ ਸਟਾਰਟ ਕੀਤੇ ਹੋਏ ਸੀ, ਜਿਹਦੇ ਕਰਕੇ ਜਿਹੜੇ ਉਹਨਾਂ ਨੂੰ ਕੰਟਰੀ ਦੇ ਵਿੱਚ ਇੱਕ ਸੈਪਰੇਟ ਇਕਨੋਮਿਕ ਸਪੇਅਰ ਆ ਜਿਹੜਾ ਉਹ ਸਟਾਰਟ ਕਰਨਾ ਪਿਆ, ਔਰ ਉਹਦੇ ਕਰਕੇ ਪ੍ਰੋਬਲਮ ਜਿਹੜੀਆਂ ਫੇਸ ਕਰਨੀਆਂ ਪਈਆਂ। ਨੈਕਸਟ ਸੀਗਾ ਫ੍ਰੀ ਫਲੋ ਆਫ ਟ੍ਰੇਡ ਵਾਜ਼ ਨਾਟ ਪੋਸੀਬਲ। ਹੁਣ ਆਪਣੇ ਇੱਥੇ ਸੀਗਾ ਕਿ ਜਦੋਂ ਟ੍ਰੇਡ ਕੀਤਾ ਜਾਂਦਾ ਸੀਗਾ, ਕੋਈ ਵੀ ਬਿਜ਼ਨਸ ਕੀਤਾ ਜਾਂਦਾ ਸੀਗਾ ਤਾਂ ਇੰਨੀ ਜ਼ਿਆਦਾ ਟੈਕਸ ਦੀ ਕੈਲਕੂਲੇਸ਼ਨ ਹੁੰਦੀ ਸੀਗੀ ਅਤੇ ਟ੍ਰੇਡ ਕਰਨਾ ਔਖਾ ਹੋ ਜਾਂਦਾ ਸੀਗਾ, ਵੀ ਆਸਾਨੀ ਦੇ ਨਾਲ ਟ੍ਰੇਡ ਨਹੀਂ ਸੀ ਕੀਤਾ ਜਾਂਦਾ, ਪ੍ਰੋਬਲਮਸ ਆ ਜਾਂਦੀਆਂ ਸੀਗੀਆਂ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਜਿਵੇਂ ਨਾਨ ਟਰੈਫਿਕ ਪ੍ਰੋਬਲਮਸ ਆ ਜਾਂਦੀਆਂ, ਟਰੈਫਿਕ ਦੀਆਂ ਪ੍ਰੋਬਲਮਸ ਆ ਜਾਂਦੀਆਂ, ਉਹਦੇ ਰਿਲੇਟਡ ਟੈਕਸ ਦੇਣੇ ਹਰੇਕ ਟਾਈਮ ਦੇ ਵਿੱਚ, ਐਕਸਾਈਜ਼ ਡਿਊਟੀ, ਕਸਟਮ ਡਿਊਟੀ ਇਹ ਦਿੱਤੀਆਂ ਜਾਂਦੀਆਂ ਸੀ ਅਤੇ ਉਹਦੇ ਨਾਲ ਪ੍ਰੋਬਲਮ ਜਿਹੜੀਆਂ ਹੋ ਜਾਂਦੀਆਂ ਸੀ। ਟੈਕਸ ਲਵਾਈ ਕੀਤੇ ਜਾਂਦੇ ਸੀਗੇ, ਲੇਵਾਈਡ ਦਾ ਮਤਲਬ ਹੁੰਦਾ ਹੈ ਲਾਗੂ ਕਰਨਾ। ਜਿਹੜੇ ਟੈਕਸ ਲਾਗੂ ਕੀਤੇ ਜਾਂਦੇ ਸੀਗੇ ਸੈਂਟਰ ਗਵਰਨਮੈਂਟ ਦੁਆਰਾ ਉਹ ਅਵੇਲੇਬਲ ਨਹੀਂ ਸੀਗੇ, ਠੀਕ ਹੈ। ਜਿਵੇਂ ਉਹਨਾਂ ਨੂੰ ਕਿਹਾ ਗਿਆ ਸੀਗਾ ਵੀ ਸੈਂਟਰ ਗਵਰਨਮੈਂਟ ਨੇ ਟੈਕਸ ਲਾਗੂ ਕਰਨੇ ਆ, ਸੇਮ ਰੂਲਸ ਸਟੇਟ ਗਵਰਨਮੈਂਟ ਨੇ ਨਹੀਂ ਅਪਲਾਈ ਕੀਤੇ ਹੋਏ ਸੀਗੇ, ਤਾਂ ਇਹਨਾਂ ਦੇ ਵਿੱਚ ਡਿਫਰੈਂਸ ਜਿਹੜਾ ਆ ਜਾਂਦਾ ਸੀ, ਜਿਹਦੇ ਕਰਕੇ ਪ੍ਰੋਬਲਮਸ ਆ ਜਿਹੜੀਆਂ ਆ ਜਾਂਦੀਆਂ ਸੀ। ਸਿੰਪਲੀ ਅਸੀਂ ਕਹਿ ਸਕਦੇ ਹਾਂ ਕਿ ਪੁਰਾਣਾ ਰੂਲ ਹੈ ਜਿਹੜਾ ਟੈਕਸ ਦਾ ਉਹ ਇੰਨਾ ਜ਼ਿਆਦਾ ਵਧੀਆ ਨਹੀਂ ਸੀਗਾ, ਜਿਸ ਕਰਕੇ ਨਿਊ ਰੂਲ ਆ ਜਿਹੜੇ ਉਹ ਬਣਾਏ ਗਏ ਜਿਹਨੂੰ GST ਦਾ ਨਾਮ ਦਿੱਤਾ ਗਿਆ। ਸੋ ਇਹ ਅੱਜ ਦਾ ਕੰਸੈਪਟ ਸੀ। ਆਈ ਹੋਪ ਕਿ ਤੁਸੀਂ ਸਭ ਨੇ ਸਮਝਿਆ ਹੋਏਗਾ, ਔਰ ਅਗਰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਡਿਸਕਸ ਕਰ ਸਕਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।